वार 18वीं पौड़ी 11वीं। ओंकार आकार कर मक्खी एक उपाई माया तैन लो 14 भवन जल थल महियल छल कर छाया। वाहिगुरु जी का खालसा वाहिगुरु जी की फतेह। ओंकार आकार कर मक्खी एक उपाई माया। ਭਾਈ ਗੁਰਦਾਸ ਜੀ 11ਵੀਂ ਪੌੜੀ ਦੇ ਵਿੱਚ ਆਪਾਂ ਨੂੰ ਸਮਝਾਉਂਦੇ ਹਨ। ਦੇਖੋ ਕਹਿੰਦੇ ਹੁਣ 10ਵੀਂ ਪੌੜੀ ਤੱਕ ਸੰਸਾਰ ਦੀ ਜਿਹੜੀ ਉਤਪਤੀ ਹੈ, ਸੰਸਾਰ ਦੇ ਵਿੱਚ ਕਿਸ ਤਰ੍ਹਾਂ ਪਰਮਾਤਮਾ ਸਮਾਇਆ ਹੋਇਆ ਹੈ, ਕਿਸ ਤਰ੍ਹਾਂ ਦੀ ਵੈਰਾਈਟੀ ਫਿਜ਼ੀਕਲ ਸਥੂਲ ਪਰਮਾਤਮਾ ਨੇ ਬਣਾ ਕੇ ਰਚਨਾ, ਇਸ ਦੀ ਰਚਨਾ ਨੂੰ ਰਚਿਆ ਹੈ। ਹੁਣ ਪਰਮਾਤਮਾ ਨੇ ਇੱਕ ਇਸ ਸੰਸਾਰ ਨੂੰ ਚਲਾਉਣ ਦੀ ਸ਼ਕਤੀ, ਜਿਵੇਂ ਕੋਈ ਹਾਰਡਵੇਅਰ ਕੰਪਿਊਟਰ ਹੁੰਦਾ ਹੈ, ਜਿਸ ਦਾ ਹਾਰਡਵੇਅਰ ਬਣ ਜਾਂਦਾ ਹੈ, ਉਸ ਕੰਪਿਊਟਰ ਦੇ ਵਿੱਚ ਕੰਮ ਕਰਨ ਵਾਸਤੇ ਆਪਾਂ ਨੂੰ ਆਪਰੇਟਿੰਗ ਸੌਫਟਵੇਅਰ ਦੀ ਲੋੜ ਪੈਂਦੀ ਹੈ। ਆਪਰੇਟਿੰਗ ਸੌਫਟਵੇਅਰ ਦੇ ਰਾਹੀਂ ਉਹ ਕੰਪਿਊਟਰ ਤੋਂ ਆਪਾਂ ਕੰਮ ਲੈਂਦੇ ਹਾਂ। ਤੋ ਇਸ ਦੁਨੀਆ ਨੂੰ ਆਪਰੇਟ ਕਰਨ ਵਾਸਤੇ ਇਸ ਦਾ ਸੌਫਟਵੇਅਰ ਜਿਹੜਾ ਹੈ ਉਹਨੂੰ ਆਪਾਂ ਮਾਇਆ ਕਹਿੰਦੇ ਹਾਂ। ਮਾਇਆ ਇਸ ਸੰਸਾਰ ਨੂੰ ਚਲਾਉਂਦਾ ਹੈ। ਇਸ ਸੰਸਾਰ ਦੇ ਵਿੱਚ ਜਿੰਨੇ ਵੀ ਜਿਹੜਾ ਹਨ ਕਾਰਜ ਚੱਲਣੇ ਹਨ, ਕੰਮਕਾਰ ਹੁੰਦੇ ਨੇ, ਇਹ ਮਾਇਆ ਕਰਕੇ ਹੁੰਦੇ ਨੇ। ਸੋ ਮਾਇਆ ਇੱਕ ਆਪਰੇਟਿੰਗ ਸੌਫਟਵੇਅਰ ਹੈ ਇਸ ਦੁਨੀਆ ਦਾ। ਸੋ ਇਹ ਗੱਲ ਨੂੰ ਸਮਝਾਉਂਦਿਆਂ ਹੋਇਆਂ ਭਾਈ ਗੁਰਦਾਸ ਜੀ ਨੇ ਬੜੀ ਸੋਹਣੀ ਇਹ ਜਿਹੜਾ ਹਨ ਪੌੜੀ ਦੇ ਵਿੱਚ ਬੜੀ ਡਿਟੇਲ ਤੇ ਸਰਲ ਸੌਖੇ ਤਰੀਕੇ ਨਾਲ ਆਪਾਂ ਨੂੰ ਇਹ ਗੱਲ ਸਮਝਾਈ ਹੈ। ਓੰਕਾਰ ਆਕਾਰ ਕਰ, ਉਹੀ ਓੰਕਾਰ, ਉਕਾਰ, ਆਕਾਰ ਤੇ ਮਕਾਰ, ਉਹ ਪਰਮਾਤਮਾ ਜੋ ਤਿੰਨਾਂ ਸ਼ਕਤੀਆਂ ਦਾ ਮਾਲਕ ਹੈ, ਜਿਸ ਨੇ ਇਸ ਬ੍ਰਹਮੰਡ, ਇਸ ਜਿਹੜੇ ਹਨ ਪਰਮਾਤਮਾ ਨੇ ਜਿਹੜੇ ਇਹ ਦੁਨੀਆ ਨੂੰ ਬਣਾਇਆ ਹੈ। ਮੱਖੀ ਇੱਕ ਉਪਾਈ ਮਾਇਆ, ਪਰਮਾਤਮਾ ਨੇ ਇਸ ਦੁਨੀਆ ਨੂੰ ਚਲਾਉਣ ਵਾਸਤੇ ਹੁਣ ਇੱਕ ਮੱਖੀ, ਇੱਥੇ ਮੱਖੀ ਸ਼ਬਦ ਆਇਆ ਹੈ। ਮੱਖੀ ਇੱਕ ਉਪਾਈ ਮਾਇਆ, ਇੱਕ ਮੱਖੀ ਦੀ ਜਿਹੜਾ ਹਨ ਉਤਪਤੀ ਕੀਤੀ ਹੈ, ਇੱਕ ਮੱਖੀ ਬਣਾਈ ਜਿਹਨੂੰ ਆਪਾਂ ਮਾਇਆ ਕਹਿੰਦੇ ਹਾਂ। ਇਹ ਮੱਖੀ ਦਾ ਸ਼ਬਦ ਮਹਾਰਾਜ ਨੇ ਕਿਉਂ ਵਰਤਿਆ? ਕਿਉਂਕਿ ਦੇਖੋ ਮੱਖੀ ਦੇ ਕੁਝ ਕੁ ਕੈਰੈਕਟਰ ਹਨ। ਪਹਿਲੀ ਗੱਲ ਹੈ ਮੱਖੀ ਜਿਹੜੀ ਹੈ, ਫਲਾਈ ਜਿਹੜੀ ਹੁੰਦੀ ਹੈ, ਇਹ ਹਮੇਸ਼ਾ ਹੀ ਦੁਰਗੰਧੀ ਭੈੜੀਆਂ ਚੀਜ਼ਾਂ ਉੱਤੇ ਜਾ ਪੈਂਦੀ ਹੈ। ਇਹਨੂੰ ਭੈੜੀਆਂ ਚੀਜ਼ਾਂ ਨਾਲ ਬੜਾ ਹੀ ਪਿਆਰ ਹੈ। ਤੇ ਦੂਸਰਾ ਇਹ ਜਿਹੜੀ ਹੈ ਇੱਕ ਥਾਂ ਤੇ ਟਿਕਦੀ ਕੋਈ ਨਹੀਂ ਹੈਗੀ। ਇਹ ਹਮੇਸ਼ਾ ਇਹ ਬਹੁਤ ਚੰਚਲ ਹੈ, ਫਲਿਕਰਿੰਗ ਕਰ ਜਿਹੜਾ ਹਨ ਇਸ ਦਾ ਮਾਈਂਡ ਹੈ। ਇਹ ਜਿਹੜੀ ਹੈ ਹਮੇਸ਼ਾ ਹੀ ਜਿਹੜਾ ਇੱਕ ਥਾਂ ਤੋਂ ਦੂਜੇ ਥਾਂ, ਦੂਜੇ ਥਾਂ ਤੋਂ ਤੀਜੇ ਥਾਂ ਇਹ ਭੜਕਦੀ ਰਹਿੰਦੀ ਹੈ, ਇੱਕ ਥਾਂ ਤੇ ਟਿਕ ਕੇ ਨਹੀਂ ਪੈਂਦੀ। ਇਹ ਮਾਇਆ ਦੇ ਦੋ ਕੈਰੈਕਟਰਸ ਹਨ ਜਿਹੜਾ ਆਪਾਂ ਨੂੰ ਮੱਖੀ ਤੋਂ ਸਮਝ ਪੈਂਦੀ ਹੈ। ਮਹਾਰਾਜ ਨੇ ਬਾਣੀ ਵਿੱਚ ਵੀ ਲਿਖਿਆ ਹੈ, ਮਾਖੀ ਰਾਮ ਕੀ ਤੂੰ ਮਾਖੀ। ਦੇਖੋ ਇੱਥੇ ਕਹਿੰਦੇ ਹੇ ਮਾਇਆ ਤੂੰ ਮਾਖੀ ਹੈ ਉਹ ਰੱਬ ਦੀ, ਰੱਬ ਨੇ ਤੈਨੂੰ ਪਰਮਾਤਮਾ ਨੇ ਬਣਾ ਕੇ ਸਾਜਿਆ ਹੈ। ਜਹ ਦੁਰਗੰਧ ਤਹ ਤੂੰ ਬੈਸੈ ਮਹਾ ਵਿਖਿਆ ਮਦ ਚਾਖੀ। ਦੇਖੋ ਤੂੰ ਮਹਾ ਵਿਖਿਆ, ਜਿੱਥੇ ਬਹੁਤ ਵਿਖਿਆ ਹੋਵੇ, ਜਿੱਥੇ ਦੁਰਗੰਧੀ ਹੋਵੇ, ਜਿੱਥੇ ਡਿਜ਼ਾਇਰਸ ਹੋਣ, ਤੂੰ ਉੱਥੇ ਜਾ ਕੇ ਬਹਿੰਦੀ ਹੈ। ਸੋ ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਹਨ ਮਾਖੀ ਏਕ ਉਪਾਈ ਮਾਇਆ। ਇਹ ਮਾਇਆ ਨੇ ਦੁਨੀਆ ਨੂੰ ਭਜਾਈ ਫਿਰਦੀ ਹੈ। ਦੇਖੋ ਨਾ ਇਹ ਮਾਇਆ ਕਿਸੇ ਨੂੰ ਨਹੀਂ ਛੱਡਦੀ। ਜਿਹਦੇ ਕੋਲ ਮਾਇਆ ਨਹੀਂ ਵੀ ਹੈਗੀ ਉਹ ਵੀ ਭੜਕਦਾ ਹੈ, ਜਿਹਦੇ ਕੋਲ ਹੈਗੀ ਹੈ ਉਹ ਵੀ ਭੜਕਦਾ ਹੈ। ਚੈਨ ਕਿਸੇ ਨੂੰ ਨਹੀਂ ਆਉਂਦਾ। ਐਂਡ ਮਾਇਆ ਇਜ਼ ਨੈਵਰ ਇਨਫ। ਐਂਡ ਮਾਇਆ ਜਿਹੜੀ ਹੈ ਇਸ ਦੀ ਵੈਲਿਊ ਜਿਹੜੀ ਹੈ ਉਦੋਂ ਤੱਕ ਰਹਿੰਦੀ ਹੈ ਜਦੋਂ ਤੱਕ ਆਪਣੇ ਕੋਲ ਹੋਵੇ ਨਾ। ਜਦੋਂ ਆ ਜਾਂਦੀ ਹੈ ਤਾਂ ਇਹ ਮਾਇਆ ਦਾ ਵੈਲਿਊ ਘਟ ਜਾਂਦਾ ਹੈ। ਦੇਖੋ ਦੂਸਰੇ ਪਾਸੇ ਪਰਮਾਤਮਾ ਹੈ। ਜਿੰਨਾ ਤੁਸੀਂ ਪਰਮਾਤਮਾ ਨੂੰ ਵੱਡਾ ਆਖੋਗੇ ਪਰਮਾਤਮਾ ਉਨਾ ਵੱਡਾ ਹੋਰ ਹੁੰਦਾ ਹੈ। ਤੇ ਮਾਇਆ ਇਜ਼ ਟੋਟਲੀ ਰਿਵਰਸ। ਇਹਦਾ ਇਨਵਰਸ ਦਾ ਜਿਹੜਾ ਇਫੈਕਟ ਹੁੰਦਾ ਹੈ। ਮਾਇਆ ਨੂੰ ਤੁਸੀਂ ਜਿੰਨੀ ਮਰਜ਼ੀ ਇਕੱਠੀ ਕਰੋ, ਜਿੰਨੀ ਮਰਜ਼ੀ ਜ਼ਿਆਦਾ ਤੁਹਾਡੇ ਕੋਲ ਹੋਵੇ, ਤੁਹਾਨੂੰ ਉਨੀ ਥੋੜੀ ਲੱਗੇਗੀ। ਸੋ ਇਹ ਦੇਖੋ ਇਹ ਦੋ ਜਿਹੜੀਆਂ ਹਨ ਗੱਲਾਂ ਵਿੱਚੋਂ ਆਪਾਂ ਨੂੰ ਸਮਝ ਆਉਂਦੀ ਹੈ ਕਿ ਮਾਇਆ ਜਿਹੜੀ ਹੈ ਇਹਦੇ ਵਿੱਚ ਬਰਕਤ ਕੋਈ ਨਹੀਂ ਹੈਗੀ। ਇਹ ਇੱਕ ਇਲੂਸ਼ਨ ਹੈ। Although you don't need it, but you will always want it more and more.
ਸੋ ਇਹ ਜਿਹੜੀ ਮਾਇਆ ਹੈ ਐਸੀ ਜਿਹੜੀ ਹੈ ਤ੍ਰਿਸ਼ਨਾ ਨੂੰ ਜਗਾਉਂਦੀ ਹੈ, ਭੁੱਖ ਨੂੰ ਜਗਾਉਂਦੀ ਹੈ। ਤੈਨ ਲੋ 14 ਭਵਨ। ਮਹਾਰਾਜ ਜੀ ਕਹਿੰਦੇ ਹਨ, ਦੇਖੋ ਕਹਿੰਦੇ ਇਹ ਮਾਇਆ ਨੇ ਤਿੰਨ ਲੋਕ, ਪਰਲੋਕ, ਮਾਤ ਲੋਕ, ਕਿਸੇ ਨੂੰ ਨਹੀਂ ਛੱਡਿਆ। ਇਹਨੇ ਨਾ ਦੇਵਤਿਆਂ ਨੂੰ ਛੱਡਿਆ, ਦੇਵਤੇ ਵੀ ਜੰਗ ਕਰਦੇ ਰਹੇ, ਇੰਦਰ ਵਰਗੇ ਆਪਣੇ ਕੁਰਸੀਆਂ ਨੂੰ ਸੰਭਾਲਣ ਪਿੱਛੇ ਕਿੰਨੇ ਜੰਗ ਕਰਦੇ ਰਹੇ। ਦੈਂਤ ਜਿਹੜੇ ਡੀਮਨਸ ਹਨ ਉਹ ਵੀ ਨਹੀਂ ਹਟਦੇ, ਜਿਹੜੇ ਪਰਲੋਕ ਦੇ ਹਨ। ਸੋ ਜਿਹੜੇ ਅੱਗੇ ਜਿਹੜੇ ਮਤ ਲੋਕ ਦੇ ਜਿਹੜੇ ਜੀਵ ਹਨ ਇਹ ਵੀ ਨਹੀਂ ਹਟਦੇ। ਹਾਂਜੀ, ਸੋ ਜਿਹੜੇ ਹਨ, ਜਿਹੜੇ ਆਕਾਸ਼ ਦੇ ਵਿੱਚ ਰਹਿਣ ਵਾਲੇ, ਪਤਾਲ ਵਿੱਚ ਰਹਿਣ ਵਾਲੇ, ਇਹ ਜਿਹੜੇ ਮਤ ਲੋਕ ਵਿੱਚ ਰਹਿਣ ਵਾਲੇ, ਇਹ ਸਾਰੇ ਲੋਕਾਂ ਨੂੰ ਭਜਾਈ ਫਿਰਦੀ ਹੈ, ਛੱਡਦੀ ਕਿਸੇ ਨੂੰ ਨਹੀਂ। ਤੇ 14 ਭਵਨਾਂ ਦੇ ਵਿੱਚ ਇਹ ਸਾਰਿਆਂ ਨੂੰ ਹੀ ਭਰਮਾਈ ਫਿਰਦੀ ਹਨ। 14 ਲੋਕ ਜਿਹੜੇ ਹਨ ਜਿਵੇਂ ਇਹ ਬ੍ਰਹਮੰਡ ਨੂੰ ਇੱਕ ਅੰਡਾਕਾਰ ਮੰਨਿਆ ਹੈ, ਇਹਦੇ ਵਿੱਚ 14 ਭਵਨ ਹਨ, 7 ਪਤਾਲ ਤੇ 7 ਆਕਾਸ਼। ਸੋ ਇਸ ਕਰਕੇ 14 ਭਵਨ ਹਨ, ਇਹਨਾਂ ਨੂੰ 14 ਭਵਨ ਕਹਿੰਦੇ ਹਨ। ਐਸੇ ਬ੍ਰਹਮੰਡ ਜਿਹੜੇ ਹਨ ਲੱਖਾਂ ਕਰੋੜਾਂ ਹਨ, ਇਸ ਕਰਕੇ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ ਹੈ, ਕਿਉਂਕਿ ਐਸੇ ਅੰਡਾਕਾਰ ਜਿਹੜੇ ਬ੍ਰਹਮੰਡ ਨੇ ਬਹੁਤ ਜ਼ਿਆਦੇ ਨੇ। ਸੋ ਇੱਥੇ ਜਿਹੜਾ ਹਨ 14 ਭਵਨ ਕਿਹੜੇ ਹਨ? ਪੂਰ, ਭਵਰ, ਸਵਰ, ਮਿਹਰ, ਜਨ, ਤਪ, ਫਿਰ ਅੱਗੇ ਹੁੰਦਾ ਸਤ, ਫਿਰ ਅਤਲ, ਬਿਤਲ, ਸੁਤਲ, ਰਸਾਤਲ, ਤਲਾਤਲ, ਮਹਾਤਲ ਤੇ ਪਾਤਾਲ। ਸੋ ਇਹ 14 ਭਵਨ ਹਨ ਸਾਰੇ। ਸੋ ਇਹ ਸਾਰਿਆਂ ਨੂੰ ਹੀ ਇਹ ਭਰਮਾਈ ਫਿਰਦੀ ਹੈ। ਜਲ ਥਲ ਮਹੀਲ ਛਲ ਕਰ ਛਾਇਆ। ਦੇਖੋ ਜਲਾਂ ਵਿੱਚ ਰਹਿਣ ਵਾਲੀਆਂ ਮੱਛੀਆਂ ਨੂੰ ਨਹੀਂ ਛੱਡਦੀ, ਉਹ ਜੀ ਜੰਤ ਨੂੰ ਵੀ ਜਿਹੜਾ ਹਨ ਮਾਇਆ ਜਿਹੜੀ ਹੈ, ਦੇਖੋ ਫਿਜ਼ੀਕਲੀ ਮਾਇਆ ਉੱਥੇ ਹੈ ਨਹੀਂ, ਉੱਥੇ ਕੋਈ ਕਰੰਸੀ ਨਹੀਂ ਚੜਦੀ, ਪਰ ਮਾਇਆ ਜਿਹੜੀ ਹੈ ਖਾਣੇ ਪਿੱਛੇ, ਲੋਭ ਪਿੱਛੇ, ਉਹ ਵੀ ਤਾਂ ਮਾਇਆ ਹੀ ਹੈ ਨਾ। ਸੋ ਇਹ ਮਾਇਆ ਜਿਹੜੀ ਹੈ ਜਲ ਵਿੱਚ ਵੀ ਨਹੀਂ ਛੱਡਦੀ ਜੀਵਾਂ ਨੂੰ, ਥਲ ਧਰਤੀ ਤੇ ਤਾਂ ਛੱਡਣੇ ਕੀ ਹਨ, ਆਕਾਸ਼ ਵਿੱਚ ਵੀ ਨਹੀਂ ਛੱਡਦੀ। ਸੋ ਕਹਿੰਦੇ ਇਹ ਸਾਰੇ ਹੀ ਜਿਹੜੇ ਹਨ ਤਿੰਨੇ ਭਵਨਾਂ ਦੇ ਵਿੱਚ ਵਸੀ ਹੋਈ ਹੈ, ਸਾਰਿਆਂ ਨੂੰ ਲੜਾ ਕੇ ਰੱਖਦੀ ਹੈ, ਸਾਰਿਆਂ ਦੇ ਵਿੱਚ ਕੰਪੀਟੀਸ਼ਨ ਬਣਾ ਕੇ ਰੱਖਦੀ ਹੈ। ਸੋ ਸਾਰਿਆਂ ਨੂੰ ਹੀ ਆਪਣੇ ਮਗਰ ਲਾਈ ਰੱਖਦੀ ਹੈ। ਸੋ ਜਿਹੜਾ ਹਨ ਛਲ ਕਰ ਛਾਇਆ, ਇਹ ਸਾਰਿਆਂ ਨੂੰ ਛਲ ਲੈਂਦੀ ਹੈ, ਸਾਰਿਆਂ ਨਾਲ ਧੋਖਾ ਕਰਦੀ ਹੈ। ਦੇਖੋ ਇਨਸਾਨ ਮਾਇਆ ਜਿਹੜੀ ਹੈ, ਚਾਹੇ ਕੋਈ ਵੀ ਮਾਇਆ ਹੈ, ਕਹਿੰਦੇ ਉਹਨੂੰ ਲੈ ਕੇ ਜੰਮਦਾ ਨਹੀਂ ਤੇ ਮਰ ਕੇ ਉਹਨੂੰ ਲੈ ਕੇ ਨਹੀਂ ਜਾਂਦਾ ਨਾਲ, ਪਰ ਫਿਰ ਵੀ ਮਾਇਆ ਨਾਲ ਪ੍ਰੇਮ ਹੈ। ਕਹਿੰਦੇ ਦੇਖੋ ਇਹ ਮਾਇਆ ਜਿਹੜੀ ਹਨ, ਮਾਇਆ ਐਸੀ ਜਿਹੜੀ ਮੋਹਣੀ ਹੈ, ਬਿਨ ਦੰਤਾ ਜਗ ਖਾਇਆ। ਕਹਿੰਦੇ ਕਿ ਇਹ ਜਿਹੜਾ ਬਿਨ ਦੰਤਾਂ ਤੋਂ ਬਗੈਰੇ ਜਗਤ ਨੂੰ ਜਿਹੜਾ ਹਨ ਇਹ ਖਾਈ ਜਾਂਦੀ ਹੈ, ਐਸੀ ਇਹ ਮਾਇਆ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਉ ਦੂਜਾ ਲਾਇਆ। ਐਸੀ ਇਹ ਮਾਇਆ ਹੈ, ਜਿਹਨੂੰ ਵੀ ਲੱਗਦੀ ਹੈ ਉਹਦੇ ਨਾਲ ਕੀ ਹੁੰਦਾ ਹੈ, ਇਹ ਮਾਇਆ ਜਿਤ ਹਰ ਵਿਸਰੈ, ਪਰਮਾਤਮਾ ਭੁੱਲ ਜਾਂਦਾ ਹੈ, ਪਰਮਾਤਮਾ ਨਹੀਂ ਚੇਤੇ ਰਹਿੰਦਾ। ਹਰ ਵਿਸਰੈ, ਉਹ ਵਿਸਰ ਜਾਂਦਾ ਹੈ ਪਰਮਾਤਮਾ, ਤੇ ਲੋਭ ਜਿਹੜਾ ਅੰਦਰੋਂ ਜਾਗ ਪੈਂਦਾ ਹੈ। ਸੋ ਇਸ ਕਰਕੇ ਇਹ ਮਾਇਆ ਜਿਹੜੀ ਐਸੀ ਭੁਲਾਉਣ ਵਾਲੀ ਹੈ, ਇਹ ਆਪਣੇ ਜਾਲ ਵਿੱਚ ਫਸਾਉਣ ਵਾਲੀ ਹੈ। ਬ੍ਰਹਮਾ ਵਿਸ਼ਨ ਮਹੇਸ਼ ਤਰੈ। ਦੇਖੋ ਇਸ ਮਾਇਆ ਨੂੰ ਜਿਹੜਾ ਹੈ ਨਾ ਬਰਮਾ ਨੂੰ ਜਿਹੜਾ ਛੱਡਿਆ, ਬਰਮਾ ਵੀ ਉਹਦੇ ਵਿੱਚ ਫਸ ਗਿਆ। ਜਿਹੜਾ ਬਰਮਾ ਆਪ ਜਿਹੜਾ ਸੰਸਾਰ ਦੀ ਉਤਪਤੀ ਉਹਨੂੰ ਜਿਹੜਾ ਬਣਾਉਣ ਵਾਲਾ ਹੈ, ਉਹ ਆਪ ਵੀ ਫਸ ਜਾਂਦਾ ਮਾਇਆ ਵਿੱਚ, ਉਹ ਵੀ ਫਸਿਆ ਹੋਇਆ। ਫਿਰ ਵਿਸ਼ਨੂੰ ਵੀ ਉਹ ਵੀ ਫਸਿਆ ਹੋਇਆ ਵਿਚਾਰਾ, ਉਹ ਵੀ ਛੁੱਟ ਨਹੀਂ ਸਕਦਾ ਮਾਇਆ ਤੋਂ। ਮਹੇਸ਼ ਸ਼ਿਵ ਜੀ ਜਿਹੜਾ ਹੈ, ਇਹ ਤਿੰਨੇ ਜਿਹੜੇ ਵੱਡੇ ਦੇਵਤੇ ਨੇ, ਇਹ ਸਾਰੇ ਫਸੇ ਹੋਏ ਨੇ, ਜਿਨ੍ਹਾਂ ਨੇ ਉਤਪਤੀ ਕਰਨੀ, ਪਾਲਣਾ ਕਰਦੇ ਹਨ, ਨਾਸ਼ ਕਰਦੇ ਹਨ ਸੰਸਾਰ, ਉਹ ਵੀ ਮਾਇਆ ਵਿੱਚ ਫਸੇ ਹੋਏ ਹਨ। 10 ਅਵਤਾਰ ਬਾਜ਼ਾਰ ਨਚਾਇਆ। ਫਿਰ 10 ਅਵਤਾਰ ਜਿਹੜੇ ਕਿ ਵਿਸ਼ਨੂੰ ਨੇ ਲਏ ਸੰਸਾਰ ਦੇ ਵਿੱਚ, ਸਮੇਂ ਸਿਰ ਲੋੜ ਅਨੁਸਾਰ ਮੱਛ ਕੱਛ ਅਵਤਾਰ ਜਿਹੜੇ ਸਾਰੇ ਹੋਏ ਹਨ। ਕਹਿੰਦੇ ਇਹ 10 ਅਵਤਾਰ ਜਿਹੜੇ ਹਨ ਬਾਜ਼ਾਰ ਨਚਾਇਆ, ਮਾਇਆ ਨੇ ਇਹਨਾਂ ਨੂੰ ਬਾਜ਼ਾਰਾਂ ਵਿੱਚ ਨਚਾ ਦਿੱਤਾ। ਮਤਲਬ ਕਿ ਆਪਣੀਆਂ ਉਂਗਲੀਆਂ ਤੇ ਨਚਾਇਆ ਇਸ ਜਿਹੜਾ ਅਵਤਾਰਾਂ ਨੂੰ, ਭਾਵੇਂ ਅਵਤਾਰ ਸਨ ਪਰ ਮਾਇਆ ਨੇ ਨਚਾਇਆ। ਜਿਹੜਾ ਹੈ ਜਿਵੇਂ ਰਾਮ ਸੀ, ਜਿਹੜਾ ਹੈ ਰੋਵੈ ਰਾਮ ਨਿਕਾਲਾ ਭਇਆ। ਸੋ ਦੇਖੋ ਰਾਮ ਵੀ ਰੋਇਆ, ਉਹ ਵੀ ਜਿਹੜਾ ਹਨ ਇਹ ਮੋਹ ਵਿੱਚ ਫਸ ਗਿਆ। ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈ ਫਿਰ ਜਿਹੜਾ ਰਾਮ ਨੂੰ ਵੀ ਬਨਵਾਸ ਕੱਟਣਾ ਪਿਆ, ਕਿੰਨੀ ਵਾਰ ਬਾਜ਼ਾਰਾਂ ਵਿੱਚ ਉਹਨੂੰ ਜਾਣਾ ਪਿਆ, ਕਿੰਨੀ ਬੇਇੱਜ਼ਤੀ ਉਹਨੂੰ ਸਹਾਰਨੀ ਪਈ। ਕ੍ਰਿਸ਼ਨ ਦਾ ਵੀ ਇਹੀ ਹਾਲ ਹੋਇਆ। ਕਹਿੰਦੇ ਕਿੰਨੇ ਹੀ ਇਹ ਅਵਤਾਰ ਨੇ, ਕਹਿੰਦੇ ਇਹ ਸਾਰਿਆਂ ਨੂੰ ਜਿਹੜਾ ਹਨ ਬਾਜ਼ਾਰ ਵਿੱਚ ਨਚਾਇਆ ਇਹ ਮਾਇਆ ਨੇ, ਇਹ ਮਾਇਆ ਨੇ ਛੱਡਿਆ ਨਹੀਂ। ਦੇਖੋ ਮਾਇਆ ਕਿੰਨੇ ਬਲ ਵਾਲੀ ਹੈ, ਤੇ ਵੱਡੇ ਵੱਡੇ ਦੇਵਤੇ ਵੀ ਇਹਨੇ ਨਾਮ ਬਖਸ਼ੇ। ਜਤੀ ਸਤੀ ਸੰਤੋਖੀਆ। ਦੇਖੋ ਜਤੀ ਲੋਕ ਜਿਹੜੇ ਜਤ ਰੱਖਦੇ ਹਨ, ਜਿਹੜੇ ਵਿਆਹ ਨਹੀਂ ਕਰਾਉਂਦੇ, ਆਪਣਾ ਜਤ ਰੱਖਦੇ ਨੇ, ਕਹਿੰਦੇ ਉਹਨਾਂ ਨੂੰ ਵੀ ਮਾਇਆ ਨਹੀਂ ਛੱਡਦੀ, ਕੋਈ ਨਾ ਕੋਈ ਤਰੀਕੇ ਨਾਲ ਤਾਂ ਘੇਰੇ ਲੈਂਦੀ ਹੈ।
ਤੇ ਜੇ ਕਾਮ ਨਾਲ ਨਹੀਂ ਤਾਂ ਮੋਹ ਨਾਲ ਕਰ ਲੈਂਦੀ ਹੈ, ਲੋਭ ਨਾਲ ਕਰ ਲੈਂਦੀ ਹੈ। ਜਿਹੜੇ ਸਤੀ ਬੰਦੇ ਨੇ ਉਹਨਾਂ ਦਾ ਵੀ ਇਹੀ ਹਾਲ ਹੋਇਆ। ਸਤੀ ਵਜ੍ਹਾ ਨਾਲ ਉਹਨਾਂ ਨੂੰ ਵੀ ਛੱਡਿਆ ਕੋਈ ਨਹੀਂ। ਸੰਤੋਖ, ਜਿਹੜੇ ਸੰਤੋਖ ਰੱਖਣ ਵਾਲੇ ਨੇ ਉਹਨਾਂ ਨੂੰ ਵੀ ਨਾ ਕੋਈ ਛੱਡਿਆ। ਜਿਵੇਂ ਹਰਿਸ਼ਚੰਦਰ ਰਾਜਾ ਸਾਰੀ ਹੀ ਟੈਸਟ ਪਾਸ ਹੋ ਗਿਆ, ਅਖੀਰ ਕਰ ਜਦੋਂ ਉਹਨੇ ਜਿਹੜਾ ਹਨ ਇੱਛਾ ਕੀਤੀ, ਪਰਮਾਤਮਾ ਨੇ ਪੁੱਛਿਆ ਤੇਰੀ ਇੱਛਾ ਕੀ ਹੈ? ਕਹਿੰਦੀ ਮੇਰੀ ਸਾਰੀ ਨਗਰੀ ਹੀ ਜਿਹੜੀ ਹੈ ਉਹ ਸਵਰਗਾਂ ਨੂੰ ਜਾਵੇ। ਤੇ ਕੀ ਹੋਇਆ, ਉਹ ਨਗਰੀ ਜਦੋਂ ਸਵਰਗਾਂ ਨੂੰ ਜਾ ਰਹੀ ਸੀਗੀ, ਉਹਦੇ ਵਿੱਚ ਇੱਕ ਬੈਠਾ ਜਿਹੜਾ ਡੌਂਕੀ ਸੀਗਾ, ਹਾਂਜੀ ਸੋ ਗਧਾ ਸੀ, ਉਹ ਹੀਂਕ ਪਿਆ। ਤੇ ਹਰੀਚੰਦਰ ਜਿਹੜਾ ਰਾਜੇ ਦੇ ਮਨ ਵਿੱਚ ਆਇਆ, ਕਹਿੰਦਾ ਦੇਖ ਹਰੀਚੰਦਰਾ ਤੇਰੀ ਕਮਾਈ ਕਰਕੇ ਅੱਜ ਗਧੇ ਵੀ ਸਵਰਗਾਂ ਨੂੰ ਜਾ ਰਹੇ ਨੇ। ਉਹ ਹਰ ਚੰਦੋਰੀ ਨਗਰੀ ਬਣ ਕੇ ਰਹਿ ਗਈ, ਰਸਤੇ ਵਿੱਚ ਹੀ ਰਹਿ ਗਈ। ਦੇਖੋ ਮਾਇਆ ਨੇ ਉੱਥੇ ਵੀ ਹਰੀਚੰਦਰ ਰਾਜੇ ਨੂੰ ਫਸਾ ਲਿਆ, ਜਿਹਨੇ ਅੱਡੀ ਕਮਾਈ ਕੀਤੀ, ਅੱਡੀਆਂ ਕੁਰਬਾਨੀਆਂ ਕੀਤੀਆਂ, ਤੇ ਉਹ ਜਿਹੜੀਆਂ ਸਾਰੀਆਂ ਹੀ ਚਲੀਆਂ ਗਈਆਂ ਬਸ ਇੱਕ ਗਲਤੀ ਕਰਕੇ। ਇਹ ਮਾਇਆ ਐਸੀ ਹੈ। ਇਸ ਕਰਕੇ ਕਹਿੰਦੇ ਸੰਤੋਖੀਆਂ ਨੂੰ ਵੀ ਇਹਨੇ ਨਹੀਂ ਛੱਡਿਆ, ਸਿੱਧਾਂ ਨੂੰ ਵੀ ਨਾ ਛੱਡਿਆ। ਫਿਰ ਸਿੱਧਨਾਥ ਬਹੁ ਪੰਥ ਭਵਾਇਆ। ਦੇਖੋ ਸਿੱਧਾਂ ਨੂੰ, ਜਿਹੜੇ 84 ਸਿੱਧ ਹਨ, ਤਾਂ ਜਿਹੜੇ ਹੋਰ ਵੀ ਸਿੱਧ, ਇਹਨਾਂ ਦੇ ਨਾਥ ਜਿਹੜੇ 9 ਹਨ, ਇਹਨਾਂ ਨੂੰ ਵੀ ਕੋਈ ਨਾ ਛੱਡਿਆ। ਮਾਇਆ ਨੇ ਇਹਨਾਂ ਨੂੰ ਵੀ ਭਰਮਾ ਲਿਆ। ਗੋਰਖਨਾਥ ਜਿਹੜਾ ਸੀਗਾ ਬੜਾ ਸਿੱਧ ਬਣਿਆ ਬੈਠਾ ਸੀਗਾ, ਪਰ ਉਹਨੂੰ ਵੀ ਆਪਣੇ ਮਾਣ ਹੋਣ ਕਰਕੇ ਉਹ ਵੀ ਜਿਹੜਾ ਹੈ ਇਹ ਮਾਇਆ ਦੇ ਵਿੱਚ ਹੀ ਫਸ ਗਿਆ। ਤੇ ਇਸ ਕਾਰਨ ਮਸ਼ਿੰਦਰਨਾਥ ਪਰ ਕਾਇਆ ਪ੍ਰਵੇਸ਼ ਕਰਕੇ ਰਾਜੇ ਦੀ ਕਾਇਆ ਦੇ ਵਿੱਚ ਉਸਦੀ ਰਾਣੀ ਨੂੰ ਭੋਗੀ ਗਿਆ ਜਾ ਕੇ। ਦੇਖੋ ਐਸੇ ਜਿਹੜੇ ਬੰਦੇ ਨੇ ਇਹਨਾਂ ਨੂੰ ਵੀ ਮਾਇਆ ਨੇ ਨਹੀਂ ਛੱਡਿਆ, ਜਿਨ੍ਹਾਂ ਦਾ ਦੂਰ ਤੱਕ ਫਿਜ਼ੀਕਲ ਮਾਇਆ ਨਾਲ ਕੋਈ ਸੰਬੰਧ ਨਹੀਂ ਸੀਗਾ। ਇਹ ਜੰਗਲਾਂ ਵਿੱਚ ਚਲੇ ਗਏ ਤੇ ਜੰਗਲਾਂ ਵਿੱਚ ਬੈਠੇ ਨੇ, ਭਗਤੀ ਕਰਦੇ ਨੇ, ਕੋਈ ਮਾਇਆ ਦਾ ਕਾਰਜ ਨਹੀਂ ਸੀ ਇਹਨਾਂ ਕੋਲ, ਪਰ ਫਿਰ ਵੀ ਇਹਨਾਂ ਨੂੰ ਮਾਇਆ ਨੇ ਨਾ ਛੱਡਿਆ। ਪੰਥ ਭਵਾਇਆ, ਰਸਤਿਆਂ ਦੇ ਵਿੱਚ ਠੂਠੇ ਇਹਨਾਂ ਦੇ ਹੱਥ ਵਿੱਚ ਫੜਾ ਕੇ ਤੇ ਇਹਨਾਂ ਤੋਂ ਘਰ ਘਰ ਤੋਂ ਜਾ ਕੇ ਜਿਹੜੀ ਹਨ ਭਿੱਖਿਆ ਮੰਗਣੀ ਪਈ। ਸੋ ਦੇਖੋ ਐਸਾ ਹਾਲ ਹੁੰਦਾ ਹੈ। ਕਾਮ ਕ੍ਰੋਧ ਵਿਰੋਧ ਵਿੱਚ। ਦੇਖੋ ਫਿਰ ਇਹ ਮਾਇਆ ਹੀ ਹੈ ਜਿਹੜੀ ਬੰਦੇ ਨੂੰ ਕਾਮ ਲਸਟ ਦੇ ਵਿੱਚ, ਕ੍ਰੋਧ ਐਂਗਰ ਦੇ ਵਿੱਚ, ਵਿਰੋਧ ਕਿਸੇ ਦਾ ਔਜਰਾ ਹਨ, ਕਿਸੇ ਦਾ ਜਿਹੜਾ ਵਿਰੋਧ ਕਰਨਾ, ਕਿਸੇ ਨਾਲ ਵੈਰ ਕਰਨਾ, ਕਹਿੰਦੇ ਇਹ ਸਾਰੇ ਜਿਹੜੇ ਹਨ ਮਾਇਆ ਕਰਕੇ ਹੀ ਹੁੰਦੇ ਨੇ। ਮਾਇਆ ਕਰਕੇ ਹੀ ਕਾਮ ਹੈ, ਮਾਇਆ ਕਰਕੇ ਹੀ ਗੁੱਸਾ ਆਉਂਦਾ ਹੈ, ਮਾਇਆ ਕਰਕੇ ਹੀ ਕਿਸੇ ਦਾ ਆਪਾਂ ਵਿਰੋਧ ਕਰਦੇ ਹਾਂ। ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਇਹ ਮਾਇਆ ਕਰਕੇ ਹੀ ਹਨ। ਲੋਭ ਮੋਹ ਕਰ ਧਰੋ ਲੜਾਇਆ। ਫਿਰ ਦੇਖੋ ਲੋਭ ਗ੍ਰਿਡ ਕਰਕੇ, ਫਿਰ ਅਟੈਚਮੈਂਟ ਕਰਕੇ ਕੀ ਹੁੰਦਾ ਹੈ, ਉਹ ਇਨਸਾਨਾਂ ਨੂੰ ਮਜਬੂਰ ਕਰ ਦਿੰਦੇ ਵੀ ਦੂਜਿਆਂ ਨਾਲ ਧੋਖਾ ਕਰੋ। ਤੁਸੀਂ ਉਹਦੇ ਨਾਲ ਧੋਖਾ ਕਰਕੇ ਉਸਨੂੰ ਲੁੱਟਣਾ ਕਰੋ, ਲੁੱਟ ਕੇ ਉਹਨਾਂ ਦੀ ਜਿਹੜੀ ਮਾਇਆ ਤੁਸੀਂ ਉਹ ਵੀ ਆਪਣੇ ਘਰ ਚੱਕ ਲਿਆਓ। ਤੇ ਕਹਿੰਦੇ ਇਸ ਤਰ੍ਹਾਂ ਕਰਕੇ ਬੜੇ ਲੋਕਾਂ ਨੂੰ ਇਸਨੇ ਲੜਾਇਆ ਹੈ। ਲੋਕੀ ਆਪਸ ਵਿੱਚ ਲੜ ਪੈਂਦੇ ਨੇ ਇਹ ਝੂਠੀ ਮਾਇਆ ਕਰਕੇ, ਜਿਹੜੀ ਮਾਇਆ ਦਾ ਜਿਹੜਾ ਹੈ ਕਿਸੇ ਦੇ ਸਾਥ ਨਾ ਆਈ ਹੈ, ਨਾ ਇਹਨੇ ਜਾਣਾ ਹੈ। ਵੱਡੇ ਵੱਡਿਆਂ ਦੇ ਵਿੱਚ ਵਿਰੋਧ ਖੜੇ ਕਰ ਦਿੰਦੀ ਹੈ, ਮੁਲਕਾਂ ਦੇ ਵਿੱਚ ਰਾਜਿਆਂ ਨੂੰ ਲੜਾ ਦਿੰਦੀ ਹੈ। ਦੁਨੀਆ ਦੇ ਵਿੱਚ ਵਰਲਡ ਵਾਰ 1 ਵਰਲਡ ਵਾਰ 2 ਹੋ ਗਈ, ਕਿੰਨੀਆਂ ਲੜਾਈਆਂ ਹੁੰਦੀਆਂ ਨੇ। ਇਹ ਸਾਰੀਆਂ ਇਸੇ ਕਰਕੇ ਤਾਂ ਹੁੰਦੀਆਂ ਹਨ। ਹਉਮੈ ਅੰਦਰ ਸਭ ਕੋ। ਦੇਖੋ ਹਉਮੈ ਦੇ ਅੰਦਰ ਹੀ ਸਾਰੇ ਨੇ। ਕਹਿੰਦੇ ਇਹ ਜਿਹੜਾ ਹਨ ਹਉਮੈ ਜਿਹੜੀ ਹੈ ਨਾ ਇਹ ਸਾਰਿਆਂ ਦੇ ਅੰਦਰ ਹੈ। ਸਾਰੇ ਕਹਿੰਦੇ ਨੇ ਵੀ ਮੈਂ ਤੇਰੇ ਨਾਲੋਂ ਵੱਡਾ ਤੇ ਮੈਂ ਜ਼ਿਆਦਾ ਮੇਰਾ ਹੋਣਾ ਜ਼ਿਆਦਾ ਜ਼ਰੂਰੀ ਹੈ ਤੇਰੇ ਨਾਲੋਂ, ਤੇ ਮੇਰੇ ਜਿਹੜੀਆਂ ਨੀਡਸ ਹਨ, ਮੇਰੀਆਂ ਲੋੜਾਂ ਤੁਹਾਡੀਆਂ ਲੋੜਾਂ ਨਾਲੋਂ ਜ਼ਿਆਦਾ ਜਿਹੜਾ ਹਨ ਜ਼ਿਆਦਾ ਮੈਨੂੰ ਚਾਹੀਦੀਆਂ ਹਨ। ਤੁਹਾਡੀਆਂ ਲੋੜਾਂ ਦੀ ਕੀ ਪਰਵਾਹ ਹੈ। ਸੋ ਹਰ ਇੱਕ ਬੰਦਾ ਸੈਲਫਿਸ਼ ਬਣਦਾ ਜਾਂਦਾ ਹੈ। ਹਰ ਇੱਕ ਦੇ ਵਿੱਚ ਜਿਹੜਾ ਹੈ ਨਾ ਆਪਣਾ ਹੀ ਆਪ ਦਾ ਫਿਕਰ ਹੁੰਦਾ ਹੈ। ਉਹ ਦੂਸਰੇ ਨੂੰ ਮਾਰ ਕੇ ਵੀ ਜਿਉਂਦਾ ਰਹਿਣਾ ਚਾਹੁੰਦਾ ਹੈ। ਐਸੀਆਂ ਜਿਹੜੀਆਂ ਭਾਵਨਾਵਾਂ ਹਨ ਭੈੜੀਆਂ, ਕਿਉਂ ਕਹਿੰਦੇ ਹਉਮੈ ਅੰਦਰ ਸਭ ਕੋ। ਇਹ ਹਉਮੈ ਸਾਰਿਆਂ ਦੇ ਵਿੱਚ ਹੀ ਹੈ। ਇਹ ਹੋਈ ਕਿਉਂ? ਕਿਉਂਕਿ ਇਹਦੇ ਵਿੱਚ ਮਾਇਆ ਹੈ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਜਿੱਥੇ ਹਉਮੈ ਆ ਜਾਂਦੇ ਉੱਥੇ ਨਾਮ ਵਿਸਰ ਜਾਂਦਾ ਹੈ। ਸ਼ੇਰੋਂ ਘਟ ਨਾ ਕਿਨੇ ਅਖਾਇਆ। ਕਹਿੰਦੇ ਇੱਕ ਸ਼ੇਰ ਨਾਲੋਂ, ਇੱਕ ਮੈਸ਼ਰਮੈਂਟ ਹੈ ਸ਼ੇਰ, ਕਹਿੰਦੇ ਇੱਕ ਸ਼ੇਰ ਨਾਲੋਂ ਕੋਈ ਘੱਟ ਨਹੀਂ ਅਖਾਉਂਦਾ। ਕਹਿੰਦਾ ਤੂੰ ਜੇ ਵੱਡਾ ਹਾਂ ਤਾਂ ਮੈਂ ਵੀ ਕੋਈ ਘੱਟ ਨਹੀਂ ਹੈਗਾ। ਹਰ ਇੱਕ ਬੰਦਾ ਆਪਣੇ ਆਪ ਨੂੰ ਵੱਡਾ ਅਖਾਉਂਦਾ ਹੈ, ਆਪਣੇ ਆਪ ਨੂੰ ਜ਼ਿਆਦਾ ਇੰਪੋਰਟੈਂਟ ਦਿਖਾਉਂਦਾ ਹੈ। ਜਿਵੇਂ ਬਾਣੀ ਵਿੱਚ ਮਹਾਰਾਜ ਜੀ ਕਹਿੰਦੇ ਹਨ, ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੈ। ਕੋਈ ਵੀ ਜਿਹੜਾ ਸਾਰਾ ਹੀ ਆਪਣੇ ਆਪ ਨੂੰ ਪੂਰਾ ਕਹਿੰਦੇ ਹਨ, ਕੋਈ ਵੀ ਘੱਟ ਨਹੀਂ ਅਖਾਉਂਦਾ। ਕਹਿੰਦੇ ਘਾਟ ਨਾ ਕਿਨਹੀ ਕਹਿਆ, ਸਭ ਕਹਤੇ ਹੈ ਪਾਇਆ। ਕਹਿੰਦੇ ਸਾਰੇ ਕਹਿੰਦੇ ਵੀ ਮੈਂ ਹੀ ਹਾਂ। ਜਿਵੇਂ ਤੇ ਸ਼ੇਰ ਇੱਥੇ ਪਾਇਆ ਦੀ ਗੱਲ ਕੀਤੀ ਹੈ,
ਮਹਾਰਾਜ ਇਹੀ ਕਹਿੰਦੇ ਨੇ ਨਾ, ਕੋਈ ਘੱਟ ਨਹੀਂ ਆਪਣੇ ਆਪ ਨੂੰ ਖਾਉਂਦਾ, ਸਭ ਕਹਿੰਦੇ ਮੈਂ ਤੇਰੇ ਨਾਲੋਂ ਵੱਡਾ ਹੀ ਹੈ। ਆਪਣਾ ਵੱਡਾਪਨ ਦਿਖਾਉਣ ਵਾਸਤੇ ਦੂਸਰੇ ਦੀ ਬੇਇੱਜ਼ਤੀ ਕਰਨੀ, ਦੂਸਰੇ ਨੂੰ ਛੋਟਾ ਦਿਖਾਉਣਾ, ਦੂਸਰੇ ਦੀ ਨਿੰਦਿਆ ਚੁਗਲੀ ਕਰਨੀ, ਸਿਰਫ ਆਪਣੇ ਆਪ ਨੂੰ ਵੱਡਾ ਦਿਖਾਉਣ ਵਾਸਤੇ। ਇਹੀ ਇਨਸਾਨ ਦਾ ਜਿਹੜੀ ਆਦਤ ਕਿਉਂ ਪਈ ਹੈ, ਇਹ ਵੀ ਮਾਇਆ ਦੀ ਖੇਡ ਹੈ। ਕਾਰਨ ਕਰਤੇ ਆਪ ਲੁਕਾਇਆ। ਦੇਖੋ, ਕਾਰਨ ਕਰਤੇ, ਜੋ ਸਾਰੇ ਕਾਰਜਾਂ ਦਾ ਕਾਰਨ ਹੈ, ਕੌਸ ਹੈ, ਉਹ ਕਰਤਾ ਪਰਮਾਤਮਾ ਆਪ ਹੀ ਹੈ, ਜਿਹੜਾ ਆਪਣੇ ਆਪ ਨੂੰ ਹਰ ਇੱਕ ਕਾਰਜ ਵਿੱਚ ਲੁਕਾ ਕੇ ਰੱਖਦਾ ਹੈ। ਸੋ ਪਰਮਾਤਮਾ ਜਿਹੜਾ ਹੈ, ਦੇਖੋ ਸਭ ਕੁਝ ਪਰਮਾਤਮਾ ਦਾ ਹੀ ਹੈ, ਪਰ ਦੇਖੋ ਉਹ ਵੀ ਪਰਮਾਤਮਾ ਜਿਹੜਾ ਹੈ, ਕਹਿੰਦੇ ਆਪਣੇ ਆਪ ਨੂੰ ਪ੍ਰਗਟ ਕਰਕੇ ਨਹੀਂ ਦਿਖਾਉਂਦਾ, ਕਿਉਂਕਿ ਕਾਰਨ ਕਰਤੇ, ਹਰ ਇੱਕ ਚੀਜ਼ ਦਾ ਕਾਰਨ ਹੈ। ਕਿਉਂਕਿ ਜਦੋਂ ਇਨਸਾਨਾਂ ਦੇ ਕਰਮ ਭੁਗਤਾਉਣੇ ਨੇ, ਉਹ ਮਾਇਆ ਨੇ ਫਿਰ ਆਪਣੇ ਆਪ ਉਹ ਰਿਜ਼ਮਸ ਨੂੰ ਪੈਦਾ ਕਰਦੀ ਹੈ। ਕਿਉਂਕਿ ਦੇਖੋ, ਇਹ ਜਨਮ ਦੇ ਵਿੱਚ ਜੋ ਕੁਝ ਆਪਾਂ ਦੇਣਾ ਤੇ ਲੈਣਾ ਹੈ, ਉਹ ਮਾਇਆ ਨੇ ਪੂਰਾ ਕਰਨਾ ਹੈ। ਜੇ ਅਗਰ ਉਹ ਨਾ ਹੋਵੇ ਤਾਂ ਉਹ ਕਰਮ ਕਿਵੇਂ ਭੁਗਤਾਉਣਗੇ? ਉਹ ਕਰਮ ਤਾਂ ਹੋਣੇ ਹੀ ਨਹੀਂ ਗੇ। ਉਹ ਕਰਮ ਤਾਂ ਉਦੋਂ ਹੀ ਪੂਰੇ ਹੋਣਗੇ ਜਦੋਂ ਉਹਦਾ ਆਪੋਜੀਸ਼ਨ ਆਏਗਾ। ਜਿਹਨੂੰ ਦੇਣਾ ਉਹਨੂੰ ਉਹ ਲਏਗਾ, ਜਿਹਨੇ ਦੇਣਾ ਉਹ ਦੇਏਗਾ। ਸੋ ਇਹ ਮਾਇਆ ਦੀ ਖੇਡ ਵਿੱਚ ਹੀ ਕਰਮ ਜਿਹੜੇ ਹਨ ਇਹ ਪੂਰੇ ਹੁੰਦੇ ਨੇ। ਇਹਦੇ ਕਰਕੇ ਤਾਂ ਕਰਮ ਵੀ ਨਹੀਂ ਭੁਗਤਾਏ ਜਾਂਦੇ। ਇਸੇ ਕਰਕੇ ਜਿਹੜਾ ਹੈ, ਜਦੋਂ ਇਨਸਾਨ ਕਰਮਾਂ ਦੇ ਵਿੱਚ ਫਸਿਆ ਹੁੰਦਾ ਹੈ ਨਾ, ਜਦੋਂ ਉਹਨੂੰ ਇੱਛਾ ਹੁੰਦੀ ਹੈ ਕਿ ਇਹ ਫਲਾਣੇ ਨੇ ਮੇਰੇ ਤੋਂ ਲੈ ਲਿਆ, ਮੈਂ ਇਹ ਤੋਂ ਲੈਣਾ ਹੈ, ਜੇ ਨਹੀਂ ਹੋਇਆ ਤਾਂ ਅਗਲੇ ਜਨਮ 'ਚੋਂ ਆ ਕੇ ਲੈਂਦਾ ਹੈ, ਉਹ ਦੰਦਾ ਤੇ ਇਹ ਲੈਂਦਾ ਹੈ। ਪਰ ਜੇ ਕਰਮ ਉਦੋਂ ਨਸ਼ਟ ਹੁੰਦੇ ਨੇ ਨਾ, ਜਦੋਂ ਅੰਦਰੋਂ ਹੀ ਅੰਦਰ ਪਰਮਾਤਮਾ ਦਾ ਰੀਅਲਾਈਜੇਸ਼ਨ ਆਉਂਦਾ ਹੈ, ਗਿਆਨ ਆਉਂਦਾ ਹੈ, ਉਹ ਜਿਹੜੀ ਰੂਹਾਨੀ ਜਿਹੜਾ ਗਿਆਨ ਆਉਂਦਾ ਹੈ, ਤਾਂ ਉਦੋਂ ਜਿਹੜਾ ਹਨ ਇਨਸਾਨ ਨੂੰ ਸਮਝ ਆਉਂਦੀ ਵੀ ਮੈਂ ਤਾਂ ਕੁਝ ਵੀ ਨਹੀਂ ਹਾਂ, ਮੇਰਾ ਤਾਂ ਕੁਝ ਵੀ ਨਹੀਂ ਹੈ, ਮੈਂ ਜਿਹੜਾ ਹਨ ਲੈਣਾ ਤੇ ਦੇਣਾ ਇਹ ਪਰਮਾਤਮਾ ਦਾ ਹੀ ਸਭ ਕੁਝ ਹੈ। ਕਿਉਂਕਿ ਅਖੀਰ ਕਰਤਾ ਉਸਦਾ ਹੀ ਹੈ ਨਾ। ਬੰਦਾ ਨਾ ਕੁਝ ਲੈ ਕੇ ਆਉਂਦਾ, ਨਾ ਲੈ ਕੇ ਜਾਂਦਾ ਹੈ, ਕੁਝ ਵੀ ਨਹੀਂ ਹੈ, ਖਾਲੀ ਹੱਥ ਆਉਂਦਾ। ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹੇ ਰਾਜਾ ਰਾਣਾ। ਕੋਈ ਵੀ ਰਾਜਾ ਰਾਣਾ ਨਹੀਂ ਰਹਿੰਦਾ, ਸਾਰੇ ਨੰਗੇ ਆਉਂਦੇ ਨੰਗੇ ਚਲੇ ਜਾਂਦੇ ਨੇ। ਪਰ ਝਗੜੇ ਸਾਰੇ ਉਹ ਚੀਜ਼ ਕਰਕੇ ਆਪਾਂ ਪਾਉਂਦੇ ਹਾਂ ਜਿਹੜੀ ਆਪਣੇ ਨਾਲ ਵੀ ਨਹੀਂ ਜਾਂਦੀ। ਤੇ ਦੂਸਰੀ ਗੱਲ ਇਹ ਹੈ, ਇਹ ਮਾਇਆ ਹੀ ਹੈ ਜਿਹੜੀ ਆਪਾਂ ਨੂੰ ਭੁਲਾ ਕੇ ਰੱਖਦੀ ਹੈ। ਦੇਖੋ, ਸਵਾਸ ਪਰਮਾਤਮਾ ਨੇ ਦਿੱਤੇ ਨੇ, ਜਿਹੜਾ ਕਿ ਆਪਣਾ ਜੀਵਨ ਕਾਲ ਹੈ, ਇਹ ਦਾਤ ਹੈ ਪਰਮਾਤਮਾ ਦੀ। ਇਹ ਜਿਹੜਾ ਹਨ ਸਵਾਸਾਂ ਦੇ ਨਾਲ ਤਾਂ ਪਰਮਾਤਮਾ ਦਾ ਨਾਮ ਜਪਣਾ ਸੀਗਾ, ਪਰ ਕੀ ਹੋਇਆ, ਇਹ ਸਵਾਸਾਂ ਦੇ ਨਾਲ ਆਪਾਂ ਮਾਇਆ ਇਕੱਠੀ ਕਰ ਲਈ। ਹੁਣ ਮਾਇਆ ਸਾਰੀ ਉਮਰ ਇਕੱਠੀ ਕੀਤੀ, ਜਦੋਂ ਮੌਤ ਆਈ ਤਾਂ ਸਾਰੀ ਮਾਇਆ ਦੇ ਕੇ ਇੱਕ ਵੀ ਸਵਾਸ ਬਦਲੇ ਵਿੱਚ ਨਹੀਂ ਮਿਲਦਾ। ਉਹ ਮਾਇਆ ਇੱਥੇ ਰਹਿ ਜਾਂਦੀ ਹੈ। ਜਿਹੜੀ ਸਵਾਸ ਨੂੰ ਸਫਲਾ ਕਰਨਾ ਸੀ, ਉਹ ਤਾਂ ਸਮਾਂ ਗਵਾਲਿਆ ਮਾਇਆ ਨੂੰ ਇਕੱਠੀ ਕਰਨ ਦੇ ਵਿੱਚ। ਤੇ ਜਦੋਂ ਮਰਨ ਦਾ ਟਾਈਮ ਆਇਆ ਤਾਂ ਪੱਲੇ ਕੁਝ ਨਾ ਰਿਹਾ, ਖਾਲੀ ਦਾ ਖਾਲੀ ਰਹਿ ਗਿਆ। ਦੋਏ ਹੱਥ ਝਾੜ, ਜਿਵੇਂ ਜੁਆਰੀ ਲੋਕ ਦੋਵੇਂ ਹੱਥ ਝਾੜ ਕੇ ਤੁਰ ਪੈਂਦੇ ਨੇ, ਇਸੇ ਤਰ੍ਹਾਂ ਹੀ ਇਨਸਾਨ ਤੁਰ ਪੈਂਦਾ ਹੈ। ਤੋ ਇੱਥੇ ਮਹਾਰਾਜ ਜੀ ਕਹਿੰਦੇ ਨੇ ਕਾਰਨ ਕਰਤੇ। ਦੇਖੋ, ਕਾਰਨ ਨੂੰ ਪੈਦਾ ਕਰਨ ਵਾਲਾ ਉਹ ਜਿਹੜਾ ਕਰਤਾ ਹੈ ਨਾ, ਕਹਿੰਦੇ ਆਪ ਲੁਕਾਇਆ, ਉਹਨੂੰ ਤਾਂ ਉਹੀ ਪ੍ਰਗਟ ਕਰਦੇ ਨੇ ਜੋ ਗੁਰਮੁਖ ਹੁੰਦੇ ਨੇ, ਜਿਹੜੇ ਗੁਰੂ ਨਾਨਕ ਦੀ ਸੰਗਤ ਕਰਦੇ ਨੇ, ਜੋ ਗੁਰੂ ਦੇ ਸਿੱਖ ਬਣ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਦੇ ਦੱਸੇ ਜਿਹੜੇ ਹਨ ਮਰਿਆਦਾ ਤੇ ਚੱਲਦੇ ਨੇ, ਮਹਾਰਾਜ ਉਹਨਾਂ ਨੂੰ ਆਪਣੇ ਆਪ ਨੂੰ ਪ੍ਰਗਟ ਕਰਦੇ ਨੇ। ਉਹਨਾਂ ਨੂੰ ਸੋਝੀ ਹੁੰਦੀ, ਬਾਕੀ ਤਾਂ ਡੁੱਬੀ ਜਾਂਦੇ ਹਨ ਇਸ ਮਾਇਆ ਦੇ ਜਿਹੜੇ ਲੋਭ ਦੇ ਵਿੱਚ। ਹਉਮੈ ਅੰਦਰ ਸਭ ਕੋ ਸੇਰੋਂ ਘਟ ਨਾ ਕਿਨੇ ਅਖਾਇਆ। ਕਾਰਨ ਕਰਤੇ ਆਪ ਲੁਕਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।